+1 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੀਅਰ ਸਟੂਡੈਂਟਸ, ਟੁਡੇ ਵੀ ਆਰ ਡੂਇੰਗ ਆਵਰ ਸੈਕੰਡ ਲੈਸਨ ਦ ਪੋਰਟਰੇਟ ਆਫ ਏ ਲੇਡੀ ਰਿਟਨ ਬਾਏ ਖੁਸ਼ਵੰਤ ਸਿੰਘ। ਤਾਂ ਬੇਟੇ ਅੱਜ ਆਪਾਂ ਇਸ ਪਾਠ ਦੀ ਜਿਹੜੀ ਡਿਟੇਲ ਸਮਰੀ ਜਿਹੜੀ ਆਪਾਂ ਪੜ੍ਹਾਂਗੇ ਪੋਰਟਰੇਟ ਆਫ ਏ ਲੇਡੀ। ਲੇਡੀ ਕੀ ਹੁੰਦੀ ਹੈ ਬੇਟੇ ਇਸਤਰੀ, ਔਰ ਪੋਰਟਰੇਟ ਹੁੰਦੀ ਹੈ ਤਸਵੀਰ। ਇੱਕ ਜਿਹੜੀ ਹੈ ਇਸਤਰੀ ਦੀ ਤਸਵੀਰ ਦੇ ਬਾਰੇ ਆਪਾਂ ਜਿਹੜਾ ਇਹ ਪਾਠ ਹੈ ਖੁਸ਼ਵੰਤ ਸਿੰਘ ਦੁਆਰਾ ਲਿਖਿਆ ਗਿਆ। ਤਾਂ ਸਮਰੀ ਪੜ੍ਹਦੇ ਹਾਂ ਬੇਟੇ ਕਿ ਇਹ ਖੁਸ਼ਵੰਤ ਸਿੰਘ ਡਰਾਜ਼ ਹੇਅਰ ਐਨ ਇੰਟਰਸਟਿੰਗ ਪੋਰਟਰੇਟ ਆਫ ਹਿਜ਼ ਗ੍ਰੈਂਡ ਮਦਰ। ਤਾਂ ਕਹਿੰਦੇ ਖੁਸ਼ਵੰਤ ਸਿੰਘ ਨੇ ਆਪਣੀ ਦਾਦੀ ਦਾ ਜਿਹੜਾ ਇੱਕ ਬੜਾ ਦਿਲਚਸਪ ਜਿਹੜਾ ਹੈ ਤਸਵੀਰ ਪੇਸ਼ ਆਪਣੇ ਸਾਹਮਣੇ ਕੀਤੀ ਹੈ। ਹੀ ਪ੍ਰੈਜੈਂਟਸ ਹਰ ਐਜ਼ ਏ ਟੈਂਡਰ ਲਵਿੰਗ ਐਂਡ ਡੀਪਲੀ ਰਿਲੀਜੀਅਸ ਓਲਡ ਲੇਡੀ। ਉਹ ਉਸ ਨੂੰ ਇੱਕ ਕੀ ਹੈ ਕੋਮਲ, ਪਿਆਰ ਕਰਨ ਵਾਲੀ, ਡੀਪਲੀ ਰਿਲੀਜੀਅਸ ਜਿਹੜੀ ਕਿ ਗਹਿਰੇ ਰੂਪ ਨਾਲ ਧਾਰਮਿਕ ਬਜ਼ੁਰਗ ਔਰਤ ਦੇ ਰੂਪ ਵਿੱਚ ਉਸ ਨੂੰ ਜਿਹੜਾ ਹੋਇਆ ਆਪਣੇ ਸਾਹਮਣੇ ਪੇਸ਼ ਕਰਦਾ ਹੈ। ਖੁਸ਼ਵੰਤ ਸਿੰਘ ਸੇਜ਼ ਦੈਟ ਹਿਜ਼ ਗ੍ਰੈਂਡ ਮਦਰ ਵਾਜ਼ ਐਨ ਓਲਡ ਵੂਮਨ। ਖੁਸ਼ਵੰਤ ਸਿੰਘ ਕਹਿੰਦਾ ਹੈ ਕਿ ਉਸ ਦੀ ਜਿਹੜੀ ਗ੍ਰੈਂਡ ਦਾਦੀ ਹੈ ਉਹ ਇੱਕ ਬਜ਼ੁਰਗ ਔਰਤ ਹੈ। ਸ਼ੀ ਵਾਜ਼ ਸੋ ਓਲਡ ਐਂਡ ਹਰ ਫੇਸ ਵਾਜ਼ ਸੋ ਰਿੰਕਲਡ ਦੈਟ ਇਟ ਵਾਜ਼ ਡਿਫਿਕਲਟ ਟੂ ਬਿਲੀਵ ਸ਼ੀ ਕੁਡ ਐਵਰ ਹੈਵ ਬੀਨ ਯੰਗ ਐਂਡ ਪ੍ਰੈਟੀ। ਉਹ ਇੰਨੀ ਬਜ਼ੁਰਗ ਹੈ ਕਿ ਔਰ ਉਸ ਦੇ ਮੂੰਹ 'ਤੇ ਇੰਨੀਆਂ ਝੁਰੜੀਆਂ ਹਨ। ਰਿੰਕਲ ਕੀ ਹੁੰਦਾ, ਝੁਰੜੀਆਂ ਹਨ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਉਹ ਕਦੇ ਕੀ ਹੈ ਜਵਾਨ ਔਰ ਸੁੰਦਰ ਰਹੀ ਹੋਵੇਗੀ। ਇਟ ਅਪੀਅਰਡ ਅਨਬਲੀਵੇਬਲ ਵੈਨ ਸ਼ੀ ਟਾਕਡ ਆਫ ਦ ਗੇਮਸ ਸ਼ੀ ਯੂਜ਼ ਟੂ ਪਲੇ ਇਨ ਹਰ ਚਾਈਲਡਹੁੱਡ। ਤਾਂ ਕਹਿੰਦੇ ਵੀ ਤਾਂ ਬਿਲਕੁਲ ਜਿਹੜੀ ਆ ਵਿਸ਼ਵਾਸ ਜੋ ਗੱਲ ਹੋ ਜਾਂਦੀ ਹੈ ਜਦੋਂ ਗੱਲ ਕਰਦੀ ਹੈ ਕਿ ਉਹ ਆਪਦੇ ਬਚਪਨ ਦੇ ਵਿੱਚ ਜਿਹੜੀਆਂ ਗੇਮਾਂ ਖੇਡਦੀ ਸੀ। ਹਰ ਹੇਅਰ ਵਾਜ਼ ਐਜ਼ ਵਾਈਟ ਐਜ਼ ਸਨੋ। ਉਸ ਦੇ ਵਾਲ ਇੰਨੇ ਚਿੱਟੇ ਨੇ ਜਿਵੇਂ ਬਰਫ਼ ਹੋਵੇ। ਸ਼ੀ ਹੈਡ ਏ ਲਿਟਲ ਸਟੂਪ ਇਨ ਹਰ ਬੈਕ। ਔਰ ਉਸ ਦਾ ਜਿਹੜਾ ਕੀ ਹੈ ਜਿਹੜਾ ਕੁੱਬ ਨਿਕਲਿਆ ਹੋਇਆ ਹੈ। ਸ਼ੀ ਕੁਡ ਬੀ ਸੀਨ ਟੈਲਿੰਗ ਦ ਬੀਟਸ ਆਫ ਹਰ ਰੋਜ਼ਰੀ ਆਲ ਟਾਈਮ। ਔਰ ਹਮੇਸ਼ਾ ਉਹ ਕੀ ਹੈ ਆਪਦੀ ਮਾਲਾ ਦੇ ਜਿਹੜੇ ਕੀ ਹੈ ਮਣਕੇ ਫੇਰਦੀ ਰਹਿੰਦੀ ਹੈ। ਦ ਆਥਰ ਸੇਜ਼ ਸ਼ੀ ਵਾਜ਼ ਲਾਈਕ ਦ ਵਿੰਟਰ ਲੈਂਡਸਕੇਪ ਇਨ ਦ ਮਾਊਂਟੇਨ। ਤਾਂ ਆਥਰ ਜਿਹੜਾ ਕਹਿੰਦਾ ਹੈ ਖੁਸ਼ਵੰਤ ਸਿੰਘ ਕਹਿੰਦਾ ਹੈ ਕਿ ਉਹ ਕੀ ਹੈ ਸਰਦੀਆਂ ਦੇ ਵਿੱਚ ਉਸ ਪਹਾੜੀ ਦੀ ਤਰ੍ਹਾਂ ਹੈ ਜਿਵੇਂ ਕਿ ਜਿਹਦੇ ਵਿੱਚ ਵਾਈਟ ਸੈਰਨੇਟੀ ਬਰੀਦਿੰਗ ਪੀਸ, ਜਿਹਦੇ ਵਿੱਚ ਜਿਹੜੀ ਕੀ ਹੈ ਜਿਹੜੀ ਕੋਮਲਤਾ ਭਰੀ ਹੋਵੇ, ਜਿਹਦੇ ਵਿੱਚ ਜਿਹੜਾ ਕੀ ਹੈ ਜਿਹਦੇ ਵਿੱਚ ਧਾਰਮਿਕ ਚੀਜ਼ਾਂ ਭਰੀਆਂ ਹੋਣ ਐਂਡ ਕੰਟੈਂਟ ਮਾਰੋ ਜਿਹਦੇ ਵਿੱਚ ਸਬਰ ਸੰਤੋਖ ਭਰਿਆ ਹੋਵੇ। ਇਹ ਪਿਕਚਰ ਆਫ ਆਥਰਸ ਗ੍ਰੈਂਡ ਮਦਰ ਹੰਗ ਔਨ ਦਾ ਵਾਲ। ਗ੍ਰੈਂਡ ਫਾਦਰ ਤਾਂ ਆਥਰ ਜਿਹੜਾ ਹੈਗਾ ਉਹਦੇ ਗ੍ਰੈਂਡ ਫਾਦਰ ਦੀ ਪਿਕਚਰ ਵੀ ਜਿਹੜੀ ਦੀਵਾਰ 'ਤੇ ਲਟਕੀ ਹੋਈ ਹੈ। ਹੀ ਅਪੀਅਰ ਟੂ ਓਲਡ ਟੂ ਬਿਲੀਵ ਦੈਟ ਹੀ ਐਵਰ ਹੈਡ ਏ ਵਾਈਫ। ਹੀ ਅਪੀਅਰ ਟੂ ਹੈਵ ਓਨਲੀ ਲੋਟਸ ਆਫ ਗ੍ਰੈਂਡ ਚਿਲਡਰਨ। ਉਹ ਇੰਨਾ ਬਜ਼ੁਰਗ ਹੈ ਕਿ ਕਦੇ ਨਹੀਂ ਵਿਸ਼ਵਾਸ ਕੀਤਾ ਜਾ ਸਕਦਾ ਕਿ ਉਸ ਦੀ ਕਦੇ ਕੋਈ ਪਤਨੀ ਰਹੀ ਹੋਵੇਗੀ। ਉਹ ਇਵੇਂ ਲੱਗਦਾ ਕਿ ਉਸ ਦੇ ਜਿਹੜੇ ਬਹੁਤ ਜ਼ਿਆਦਾ ਪੋਤਰੇ ਹੋਣਗੇ। ਖੁਸ਼ਵੰਤ ਸਿੰਘ ਵਾਜ਼ ਓਨਲੀ ਚਾਈਲਡ ਐਟ ਦੈਟ ਟਾਈਮ। ਹਿਜ਼ ਪੇਰੈਂਟਸ ਹੈਡ ਗੋਨ ਟੂ ਲਿਵ ਇਨ ਦ ਸਿਟੀ ਲੀਵਿੰਗ ਹਿਮ ਬਿਹਾਈਂਡ ਇਨ ਦ ਵਿਲੇਜ ਵਿਦ ਗ੍ਰੈਂਡ ਮਦਰ। ਸ਼ੀ ਵੁੱਡ ਵੇਕ him up in the morning and get the ready for school, so she bathed and dressed him. She would sing prayers. She hoped that in time Khushwant Singh would also come to learn it by heart, but he could never do so. ਤਾਂ ਜਦੋਂ ਖੁਸ਼ਵੰਤ ਸਿੰਘ ਅਜੇ ਬੱਚਾ ਸੀ ਤਾਂ ਉਸ ਦੇ ਜਿਹੜੇ ਪਿਤਾ ਰਹੇ ਉਹ ਸ਼ਹਿਰ ਚਲੇ ਜਾਂਦੇ ਨੇ ਔਰ ਉਸ ਨੂੰ ਉਸ ਦੀ ਦਾਦੀ ਦੇ ਕੋਲ ਛੱਡ ਜਾਂਦੇ ਨੇ। ਉਹ ਉਸ ਨੂੰ ਕੀ ਹੈ ਸਵੇਰੇ ਸਕੂਲ ਵਾਸਤੇ ਤਿਆਰ ਕਰਦੀ ਹੈ, ਉਸ ਨੂੰ ਕੱਪੜੇ ਪਹਿਨਾਉਂਦੀ ਹੈ ਔਰ ਜਿਹੜਾ ਪ੍ਰਾਰਥਨਾ ਉਹਨੂੰ ਸਿਖਾਉਂਦੀ ਹੈ। ਔਰ ਫਿਰ ਕੀ ਹੈ ਖੁਸ਼ਵੰਤ ਸਿੰਘ ਕੀ ਹੈ ਉਹਨੂੰ ਵਿਸ਼ਵਾਸ ਹੈ ਕਿ ਖੁਸ਼ਵੰਤ ਸਿੰਘ ਹੌਲੀ ਹੌਲੀ ਇਹ ਸਾਰਾ ਕੁਝ ਆਪ ਸਿੱਖ ਜਾਏਗਾ। ਆਫਟਰ ਏ ਬ੍ਰੇਕਫਾਸਟ ਆਫ ਸਟੇਲ ਚਪਾਤੀ। ਸਟੇਲ ਹੁੰਦਾ ਜਿਹੜੀਆਂ ਬਈਆਂ ਰੋਟੀਆਂ ਖਾਣ ਤੋਂ ਬਾਅਦ ਔਰ ਬਟਰ ਖਾਣ ਤੋਂ ਬਾਅਦ ਗ੍ਰੈਂਡ ਮਦਰ ਵੁੱਡ ਅਕੰਪਨੀ ਖੁਸ਼ਵੰਤ ਸਿੰਘ ਟੂ ਵਿਲੇਜ ਸਕੂਲ। ਤਾਂ ਗ੍ਰੈਂਡ ਮਦਰ ਉਸ ਨੂੰ ਉਸ ਦੇ ਨਾਲ ਪਿੰਡ ਦੇ ਸਕੂਲ ਵਿੱਚ ਜਾਂਦੀ ਹੈ। ਦ ਸਕੂਲ ਵਾਜ਼ ਅਟੈਚ ਟੂ ਦ ਵਿਲੇਜ ਟੈਂਪਲ ਵਾਈਲ ਦ ਚਿਲਡਰਨ ਸੈਟ ਐਟ ਦ ਵਰਾਂਡਾ ਸਿੰਗਿੰਗ ਦ ਐਲਫਾਬੈਟ ਔਰ ਦ ਪ੍ਰੇਅਰ ਇਨ ਚੋਰਸ। Grandmother would read religious books in the temple. She would walk back home with Khushwant Singh when the school was over. On their way back, they would throw chapatis to the village dogs. ਤਾਂ ਉਸ ਦੀ ਜਿਹੜੀ ਦਾਦੀ ਉਸ ਨੂੰ ਸਕੂਲ ਨਾਲ ਲੈ ਕੇ ਜਾਂਦੀ ਹੈ। ਸਕੂਲ ਇੱਕ ਮੰਦਰ ਦੇ ਨਾਲ ਅਟੈਚਡ ਹੈ ਔਰ ਉਹ ਬੱਚੇ ਕੀ ਨੇ ਉੱਥੇ ਅਲਫਾਬੈਟ ਸਿੱਖਦੇ ਨੇ। ਗ੍ਰੈਂਡ ਮਦਰ ਜਿਹੜੀਆਂ ਨੇ ਮੰਦਰ ਵਿੱਚ ਬੈਠ ਕੇ ਧਾਰਮਿਕ ਕਿਤਾਬਾਂ ਪੜ੍ਹਦੀ ਹੈ ਔਰ ਫਿਰ ਜਦੋਂ ਸਕੂਲ ਉਸ ਦਾ ਖਤਮ ਹੁੰਦਾ ਹੈ ਤਾਂ ਉਸ ਦੀ ਮਾਤਾ ਵਾਪਸ ਆ ਜਾਂਦੀ ਹੈ ਔਰ ਜਿਹੜੀਆਂ ਉਹ ਵਾਪਸੀ 'ਤੇ ਜਿਹੜੇ ਪਿੰਡ ਦੇ ਕੁੱਤੇ ਹੁੰਦੇ ਨੇ ਉਹਨਾਂ ਨੂੰ ਚਪਾਤੀਜ਼ ਦਿੰਦੀ ਹੈ। ਵੈਨ ਹਿਜ਼ ਪੇਰੈਂਟਸ ਵਰ ਵੈਲ ਸੈਟਲਡ ਇਨ ਦ ਸਿਟੀ ਖੁਸ਼ਵੰਤ ਸਿੰਘ ਐਂਡ ਹਿਜ਼ ਗ੍ਰੈਂਡ ਮਦਰ ਆਲਸੋ ਵੈਂਟ ਟੂ ਲਿਵ ਵਿਦ ਦੈਮ। ਖੁਸ਼ਵੰਤ ਸਿੰਘ joined an English medium school. His grandmother did not like many things taught in this school, though she still shared her room with Khushwant Singh. She could no longer help him in the lesson. She no longer went with
ਹਿਮ ਟੂ ਹਿਜ ਸਕੂਲ। ਤਾਂ ਜਦੋਂ ਉਸ ਦੇ ਮਾਤਾ ਪਿਤਾ ਸ਼ਹਿਰ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਂਦੇ ਨੇ ਤਾਂ ਉਹ ਦਾਦੀ ਵੀ ਖੁਸ਼ਵੰਤ ਸਿੰਘ ਨਾਲ ਉੱਥੇ ਚਲੀ ਜਾਂਦੀ ਹੈ। ਉੱਥੇ ਉਸ ਨੂੰ ਇੱਕ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪਾਇਆ ਜਾਂਦਾ ਹੈ, ਜਿਹੜਾ ਕਿ ਉਸ ਦੀ ਦਾਦੀ ਨੂੰ ਬਿਲਕੁਲ ਪਸੰਦ ਨਹੀਂ। ਹੁਣ ਦਾਦੀ ਉਸ ਦੇ ਨਾਲ ਸਕੂਲ ਨਹੀਂ ਜਾਂਦੀ। ਇਨ ਡਿਊ ਕੋਰਸ ਖੁਸ਼ਵੰਤ ਸਿੰਘ ਵੈਂਟ ਅਪ ਟੂ ਦ ਯੂਨੀਵਰਸਿਟੀ। ਤਾਂ ਸਮੇਂ ਬੀਤਣ ਦੇ ਨਾਲ ਹੀ ਖੁਸ਼ਵੰਤ ਸਿੰਘ ਕੀ ਹੈ, ਯੂਨੀਵਰਸਿਟੀ ਚਲਾ ਜਾਂਦਾ। ਹੀ ਵਾਜ ਦੈਨ ਗਿਵਨ ਏ ਰੂਮ ਆਫ ਹਿਜ਼ ਓਨ। ਔਰ ਉਸ ਤੋਂ ਬਾਅਦ ਉਸਨੂੰ ਕੀ ਹੈ, ਉਹਨੂੰ ਕਮਰਾ ਦਿੱਤਾ ਜਾਂਦਾ ਹੈ। ਐਂਡ ਦਸ ਦਾ ਕਾਮਨ ਲਿੰਕ ਆਫ ਫਰੈਂਡਸ਼ਿਪ ਬਿਟਵੀਨ ਦੈਮ ਐਂਡ ਨਾਓ ਸਨੈਪਡ ਕੰਪਲੀਟਲੀ। ਔਰ ਦਾਦੀ ਔਰ ਉਸ ਦੇ ਵਿੱਚ ਜਿਹੜਾ ਦੋਸਤਾਨਾ ਪਿਆਰ ਸੀ ਉਹ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ। ਗ੍ਰੈਂਡ ਮਦਰ ਬਿਗਨ ਟੂ ਪਾਸ ਹਰ ਟਾਈਮ ਐਟ ਦਾ ਸਪਿਨਿੰਗ ਵੀਲ ਫਰੋਮ ਸਨ ਰਾਈਜ਼ ਟੂ ਸਨਸੈਟ। ਓਨਲੀ ਦਾ ਆਫਟਰਨੂਨ ਡਿਡ ਸ਼ੀ ਰਿਲੈਕਸ ਏ ਲਿਟਲ ਵੈਨ ਸ਼ੀ ਫੈਡ ਸਪੈਰੋਜ਼ ਵਿਦ ਲਿਟਲ ਬਿਟ ਆਫ ਬ੍ਰੈਡ। The sparrows also seemed to feel quite at home in her company. Some of the birds would sit on her shoulder and even on her head. ਤਾਂ ਹੁਣ ਗ੍ਰੈਂਡ ਮਦਰ ਕੀ ਸੀ, ਸਾਰਾ ਦਿਨ ਚਰਖਾ ਕੱਤਦੀ ਰਹਿੰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਔਰ ਸ਼ਾਮ ਨੂੰ ਥੋੜ੍ਹਾ ਰਿਲੈਕਸ ਹੋਣ ਵਾਸਤੇ ਉਹ ਕੀ ਹੈ, ਚਿੜੀਆਂ ਨੂੰ ਥੋੜ੍ਹਾ ਜਿਹਾ ਜਿਹੜਾ ਬ੍ਰੈਡ ਦਿੰਦੀ ਸੀ, ਉਹਨਾਂ ਨੂੰ ਸੱਟਦੀ ਸੀ। ਔਰ ਉਹ ਕੀ ਸੀ, ਉਹ ਚੁੱਪਚਾਪ ਹੀ ਜਿਹੜੀ ਕੀ ਹੈ ਉਹਨਾਂ ਦੀ ਕੰਪਨੀ ਦੇ ਨਾਲ ਰਹਿੰਦੀ ਸੀ। ਔਰ ਕੁਝ ਪੰਛੀ ਕੀ ਹੈ ਉਸ ਦੇ ਜਿਹੜੇ ਸ਼ੋਲਡਰ 'ਤੇ ਆ ਕੇ ਬਹਿ ਜਾਂਦੇ ਸੀ ਔਰ ਕੁਝ ਉਹਦੇ ਸਿਰ 'ਤੇ। ਤਾਂ ਹੁਣ ਬੇਟੇ ਕੀ ਹੈ, ਖੁਸ਼ਵੰਤ ਸਿੰਘ ਡਿਸਾਈਡਡ ਟੂ ਗੋ ਅਬਰੋਡ ਫਾਰ ਫਰਦਰ ਸਟੱਡੀ। ਤਾਂ ਖੁਸ਼ਵੰਤ ਸਿੰਘ ਕੀ ਹੈ, ਅੱਗੇ ਪੜ੍ਹਾਈ ਵਾਸਤੇ ਬਾਹਰਲੇ ਮੁਲਕ ਜਾਣਾ ਚਾਹੁੰਦਾ। ਹੀ ਵਾਜ਼ ਟੂ ਬੀ ਅਵੇ ਫਾਰ 5 years. His grandmother went to the railway station to see him off. Khushwant Singh felt that his grandmother would not live till the time he was to come back, but that was not so. She was there to receive him at the station. When he came back, she celebrated his homecoming in her own way. She collected the women of the neighborhood, got an old drum and started singing. She kept singing and beating the drum for several hours. ਤਾਂ ਖੁਸ਼ਵੰਤ ਸਿੰਘ ਉਚੇਰੀ ਸਿੱਖਿਆ ਵਾਸਤੇ ਬਾਹਰ ਜਾਂਦਾ ਹੈ। 5 ਸਾਲ ਉਹਨੂੰ ਉੱਥੇ ਲੱਗਦੇ ਨੇ ਔਰ ਉਹਨੂੰ ਲੱਗਦਾ ਕਿ ਦਾਦੀ ਉਸ ਦੀ ਉਨੀ ਦੇਰ ਤੱਕ ਜਿੰਦਾ ਨਹੀਂ ਰਹੇਗੀ। ਅਤੇ ਪਰ ਜਦੋਂ ਵਾਪਸ ਆਉਂਦਾ ਹੈ ਤਾਂ ਉਹ ਆਪਦੀ ਦਾਦੀ ਜਿਹੜੀ ਉਸ ਨੂੰ ਆਪਦੇ ਤਰੀਕੇ ਨਾਲ ਉਸ ਦਾ ਵੈਲਕਮ ਕਰਦੀ ਹੈ। ਉਹ ਆਂਢ ਗੁਆਂਢ ਦੀਆਂ ਔਰਤਾਂ ਨੂੰ ਇਕੱਠਾ ਕਰਦੀ ਹੈ, ਡਰਮ ਵਜਾਉਂਦੀ ਹੈ, ਗਾਣੇ ਗਾਉਂਦੀ ਹੈ। ਤਾਂ ਕਈ ਘੰਟੇ ਤੱਕ ਉਹ ਡਰਮ ਕੁੱਟਦੀ ਰਹਿੰਦੀ ਹੈ। ਨੈਕਸਟ ਮੋਰਨਿੰਗ ਗ੍ਰੈਂਡ ਮਦਰ ਫੈਲ ਇਲ। ਅਗਲੇ ਦਿਨ ਮਾਤਾ ਜੀ ਬਿਮਾਰ ਹੋ ਜਾਂਦੇ ਨੇ। ਦਾ ਡਾਕਟਰ ਸੈਡ ਦੈਟ ਇਟ ਵਾਜ਼ ਓਨਲੀ ਏ ਮਾਈਲਡ ਫੀਵਰ ਐਂਡ ਵੁੱਡ ਸੂਨ ਗੋ, ਬਟ ਗ੍ਰੈਂਡ ਮਦਰ ਨਿਊ ਦੈਟ ਹਰ ਐਂਡ ਵਾਜ਼ ਨੀਅਰ। She lay peacefully in the bed, praying and telling the beads of her rosary. She did not want to waste the remaining moments of her life in talking to anybody. Quite suddenly, the rosary fell from her hand. She had breathed her last. Her body was placed on the ground and covered with a red shroud. ਤਾਂ ਉਸ ਦੀ ਮਾਤਾ ਕੀ ਹੈ, ਉਸ ਨੂੰ ਬੁਖਾਰ ਹੁੰਦਾ ਹੈ। ਡਾਕਟਰ ਕਹਿੰਦਾ ਹੈ ਥੋੜ੍ਹਾ ਬੁਖਾਰ ਚਲਾ ਜਾਏਗਾ, ਪਰ ਉਸ ਦੀ ਮਾਤਾ ਜਾਣਦੀ ਹੈ ਕਿ ਉਸ ਦਾ ਜਿਹੜਾ ਅੰਤ ਆ ਗਿਆ ਹੈ। ਉਹ ਮਾਲਾ ਦੇ ਹੱਥ ਵਿੱਚ ਫੜ ਕੇ ਫਿਰਦੀ ਰਹਿੰਦੀ ਹੈ ਔਰ ਜਿਹੜੀ ਇੱਕ ਦਿਨ ਮਾਲਾ ਉਸ ਦੇ ਹੱਥੋਂ ਡਿੱਗਦੀ ਹੈ ਔਰ ਉਹ ਗਰਾਊਂਡ 'ਤੇ ਹੀ ਲੇਟ ਜਾਂਦੀ ਹੈ। ਫਿਰ ਉਸ ਨੂੰ ਲਾਲ ਕਫਨ ਦੇ ਵਿੱਚ ਜਿਹੜਾ ਕੀ ਹੈ ਉਸ ਨੂੰ ਕਵਰ ਕਰ ਦਿੱਤਾ ਜਾਂਦਾ ਹੈ। ਆਫਟਰ ਮੇਕਿੰਗ ਪ੍ਰੈਪਰੇਸ਼ਨ ਫਰੋਮ ਦਾ ਹਰ ਫਿਊਨਰਲ, ਦੇ ਵੈਂਟ ਟੂ ਹਰ ਰੂਮ ਟੂ ਫੈਚ ਹਰ ਬੋਡੀ ਫਾਰ ਦਾ ਲਾਸਟ ਜਰਨੀ। Thousands of sparrows had already gathered in the veranda and in her room right up to her dead body. The birds were all silent and there was no chirping. The writer's mother brought some bread, broke it into bits and threw it to them. The sparrows did not pay any attention to the crumbs. When grandmother's dead body was taken away, the sparrow flew away quietly. ਤਾਂ ਉਸ ਦੀ ਜਿਹੜੀ ਮਾਤਾ ਹੈ, ਉਸ ਦੀ ਜਿਹੜੀ ਬੋਡੀ ਹੈ ਉਸ ਦੇ ਕਮਰੇ ਵਿੱਚੋਂ ਕੱਢੀ ਜਾਂਦੀ ਹੈ। ਬਹੁਤ ਸਾਰੇ ਪੰਛੀ ਉਸ ਦੇ ਕੋਲ ਬੈਠੇ ਹੁੰਦੇ ਨੇ ਬਰਾਂਡੇ ਦੇ ਵਿੱਚ, ਪਰ ਕੋਈ ਵੀ ਜਿਹੜਾ ਪੰਛੀ ਚਚਾ ਨਹੀਂ ਰਿਹਾ ਹੁੰਦਾ। ਔਰ ਜਦੋਂ ਉਸ ਦੀ ਬੋਡੀ ਉੱਥੋਂ ਕੱਢੀ ਜਾਂਦੀ ਹੈ ਤਾਂ ਸਾਰੇ ਪੰਛੀ ਉੱਥੋਂ ਉੱਡ ਜਾਂਦੇ ਨੇ। ਤਾਂ ਬੇਟੇ ਇਹ ਜਿਹੜੀ ਸੀ ਇਸ ਪਾਰਟ ਦੀ ਸਟੋਰੀ ਸੀ। ਨੈਕਸਟ ਸੈਸ਼ਨ ਦੇ ਵਿੱਚ ਆਪਾਂ ਇਸ ਪਾਰਟ ਦੇ ਜਿਹੜੇ ਕੁਐਸਚਨ ਆਨਸਰ ਕਰਾਂਗੇ ਤਾਂ ਸਾਰੇ ਬੱਚੇ ਬੜੇ ਧਿਆਨ ਨਾਲ ਇਸ ਸਟੋਰੀ ਨੂੰ ਸੁਣਨਗੇ ਔਰ ਸਮਝਣਗੇ। ਥੈਂਕ ਯੂ ਵੈਰੀ ਮੱਚ।